ਸਤਿ ਸ਼੍ਰੀ ਅਕਾਲ ਜੀ। ਮਮਤਾ ਆਪਣੀ ਗਰੀਬੀ ਤੋਂ ਤੰਗ ਆ ਚੁੱਕੀ ਸੀ। ਉਹ 16 ਸਾਲ ਦੀ ਉਮਰ ਤੋਂ ਅਮੀਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਹੁਣ ਥੱਕ ਚੁੱਕੀ ਸੀ। ਹੁਣ ਉਸ ਦੀਆਂ ਧੀਆਂ ਜਵਾਨ ਹੋ ਚੁੱਕੀਆਂ ਸੀ। ਮਮਤਾ ਹਰ ਸਮੇਂ ਇਹੀ ਸੋਚਦੀ ਕਿ ਉਹਨਾਂ ਦੀ ਕਿਸਮਤ ਵੀ ਮੇਰੀ ਤਰ੍ਹਾਂ ਹੀ ਹੋਵੇਗੀ, ਕਿ ਉਹ ਵੀ ਮੇਰੀ ਤਰ੍ਹਾਂ ਸਾਰੀ ਉਮਰ ਅਮੀਰਾਂ ਦੀ ਗੁਲਾਮੀ ਕਰਕੇ ਗੁਜ਼ਾਰ ਦੇਣਗੀਆਂ। ਪਰ ਮਮਤਾ ਅਜਿਹਾ ਹਰਗਿਜ਼ ਨਹੀਂ ਚਾਹੁੰਦੀ ਸੀ। ਮਮਤਾ ਆਪਣੀਆਂ ਧੀਆਂ ਦੀ ਕਿਸਮਤ ਬਣਾਉਣਾ ਚਾਹੁੰਦੀ ਸੀ। ਉਹ ਹਮੇਸ਼ਾ ਸੋਚਦੀ ਸੀ, ਕਾਸ਼ ਮੇਰਾ ਵਿਆਹ ਕਿਸੇ ਅਮੀਰ ਆਦਮੀ ਨਾਲ ਹੋਇਆ ਹੁੰਦਾ। ਖੈਰ, ਮਮਤਾ ਆਪਣੇ ਕੰਮ 'ਤੇ ਗਈ। ਉਹ ਇੱਕ ਅਮੀਰ ਘਰ ਵਿੱਚ ਕੰਮ ਕਰਦੀ ਸੀ। ਅੱਜ ਮਮਤਾ ਦੀ ਮਾਲਕਣ ਬਹੁਤ ਖੁਸ਼ ਸੀ। ਕਹਿਣ ਲੱਗੀ, ਜਲਦੀ ਜਲਦੀ ਕੰਮ ਖਤਮ ਕਰੋ, ਅੱਜ ਖਾਸ ਮਹਿਮਾਨ ਆਉਣ ਵਾਲੇ ਨੇ। ਬਹੁਤ ਸਾਰੇ ਪਕਵਾਨ ਬਣਾਏ ਗਏ। ਮਹਿਮਾਨ ਬਸ ਗਿਣਤੀ ਵਿੱਚ 3 ਹੀ ਆਏ। ਮਮਤਾ ਸੋਚ ਰਹੀ ਸੀ ਕਿ 3 ਜਾਣਿਆਂ ਲਈ ਇੰਨਾ ਖਾਣਾ, ਇੰਨੇ ਵਿੱਚ ਤਾਂ ਗਰੀਬ ਦੀ ਧੀ ਦਾ ਵਿਆਹ ਹੋ ਜਾਵੇ। ਪਤਾ ਚੱਲਿਆ ਕਿ ਮਾਲਕਣ ਦੀ ਧੀ ਰੀਤ ਦਾ ਵਿਆਹ ਤੈਅ ਹੋ ਗਿਆ ਹੈ। ਮਮਤਾ ਨੂੰ ਕਦੇ ਕਦੇ ਉਹਨਾਂ ਦੀ ਕਿਸਮਤ 'ਤੇ ਜਲਨ ਮਹਿਸੂਸ ਹੁੰਦੀ। ਚੰਗੇ ਘਰ ਪੈਦਾ ਹੋਣਾ, ਫਿਰ ਚੰਗੇ ਘਰ ਵਿਆਹੇ ਜਾਣਾ, ਕਿੰਨੀ ਚੰਗੀ ਕਿਸਮਤ ਸੀ ਰੀਤ ਦੀ। ਉਹ ਇੰਨੀ ਸੋਹਣੀ ਵੀ ਨਹੀਂ ਸੀ, ਬਸ ਅਮੀਰ ਔਲਾਦ ਹੋਣ ਕਰਕੇ ਨਖਰੇ ਜ਼ਿਆਦਾ ਸਨ। ਆਪਣੇ ਪਾਪਾ ਦੀ ਜਾਨ ਸੀ। ਉਸਦੇ ਮਾਂ ਪਿਓ ਉਸ ਨੂੰ ਬਹੁਤ ਪਿਆਰ ਕਰਦੇ। ਦੁਨੀਆ ਦੀ ਹਰ ਖੁਸ਼ੀ ਉਸਦੇ ਕਦਮਾਂ ਵਿੱਚ ਧਰਦੇ ਸਨ। ਮਮਤਾ ਘਰ ਜਾ ਕੇ ਵੀ ਆਪਣੇ ਆਪ ਨੂੰ ਕੋਸਦੀ ਰਹਿੰਦੀ। ਮਮਤਾ ਆਪਣੀ ਧੀ ਨੂੰ ਦੇਖਦੀ ਤਾਂ ਉਹ ਰੀਤ ਤੋਂ ਵੀ ਜ਼ਿਆਦਾ ਖੂਬਸੂਰਤ ਸੀ। ਮਮਤਾ ਦੇ ਦਿਲ ਵਿੱਚ ਖਿਆਲ ਆਇਆ ਕਿ ਕਾਸ਼ ਰੀਤ ਦੀ ਬਜਾਏ ਮੇਰੀ ਧੀ ਦਾ ਵਿਆਹ ਉੱਥੇ ਹੋ ਜਾਵੇ ਤਾਂ ਸਾਡੀ ਸਭ ਦੀ ਕਿਸਮਤ ਬਦਲ ਜਾਵੇਗੀ। ਮੀਨਾ ਮਮਤਾ ਦੀ ਸਭ ਤੋਂ ਛੋਟੀ ਧੀ ਬਹੁਤ ਸੋਹਣੀ ਸੀ। ਮਮਤਾ ਨੇ ਤਾਂ ਦਿਲ ਵਿੱਚ ਇਰਾਦਾ ਕਰ ਲਿਆ ਤੇ ਦੁਆ ਕਰਨ ਲੱਗੀ ਕਿ ਮੈਂ ਇਸ ਇਰਾਦੇ ਨੂੰ ਕਾਮਯਾਬ ਕਰ ਸਕਾਂ। ਅਗਲੇ ਦਿਨ ਕੰਮ 'ਤੇ ਗਈ ਤਾਂ ਪਤਾ ਚੱਲਿਆ ਕਿ ਪਰਸੋਂ ਰੀਤ ਦਾ ਵਿਆਹ ਹੈ। ਪਰ ਉਹ ਖੁਸ਼ ਨਹੀਂ ਲੱਗ ਰਹੀ ਸੀ। ਜੋ ਆਪਣੇ ਪਿਓ ਦੇ ਘਰ ਰਾਣੀਆਂ ਦੀ ਤਰ੍ਹਾਂ ਰਹਿੰਦੀ ਹੋਵੇ, ਉਹ ਸਸੁਰਾਲ ਜਾਣ ਵੇਲੇ ਕਿਵੇਂ ਖੁਸ਼ ਹੋ ਸਕਦੀ ਸੀ। ਖੈਰ, ਮਮਤਾ ਰੀਤ ਦੇ ਕਮਰੇ ਵਿੱਚ ਗਈ ਤੇ ਕਿਹਾ ਕਿ ਮਾਲਕਣ, ਮੇਰੀ ਛੋਟੀ ਬੇਟੀ ਵੀ ਤੁਹਾਡਾ ਵਿਆਹ ਵੇਖਣਾ ਚਾਹੁੰਦੀ ਹੈ। ਤੁਹਾਨੂੰ ਤਾਂ ਪਤਾ ਹੈ ਅਸੀਂ ਗਰੀਬ ਹਾਂ, ਸਾਡਾ ਤਾਂ ਖਾਣਾ ਪੀਣਾ ਹੀ ਮੁਸ਼ਕਲ ਨਾਲ ਹੁੰਦਾ ਹੈ। ਨਵੇਂ ਕੱਪੜਿਆਂ ਬਾਰੇ ਤਾਂ ਸੋਚ ਵੀ ਨਹੀਂ ਸਕਦੇ। ਜੇ ਤੁਸੀਂ ਕੋਈ ਆਪਣਾ ਪੁਰਾਣਾ ਲਿਬਾਸ ਮੇਰੀ ਬੇਟੀ ਲਈ ਦੇ ਦੇਵੋ। ਰੀਤ ਪਹਿਲਾਂ ਵੀ ਪੁਰਾਣੇ ਕੱਪੜੇ ਦੇ ਦਿਆ ਕਰਦੀ ਸੀ। ਉਸਨੇ ਅੱਜ ਵੀ ਮਮਤਾ ਨੂੰ ਆਪਣੇ ਪੁਰਾਣੇ ਕੱਪੜੇ ਦੇ ਦਿੱਤੇ। ਮਮਤਾ ਉਸਨੂੰ ਦੁਆਵਾਂ ਦਿੰਦੀ ਹੋਈ ਉੱਥੋਂ ਉੱਠ ਖੜੀ ਹੋਈ ਤੇ ਉਹ ਕੱਪੜੇ ਲੈ ਕੇ ਘਰ ਆ ਗਈ। ਮਮਤਾ ਦੀਆਂ ਬੇਟੀਆਂ ਕੱਪੜੇ ਵੇਖ ਕੇ ਬਹੁਤ ਖੁਸ਼ ਹੋਈਆਂ। ਫਿਰ ਉਸਨੇ ਮੀਨਾ ਨੂੰ ਆਪਣੇ ਕਮਰੇ ਵਿੱਚ ਬੁਲਾਇਆ। ਮਮਤਾ ਨੇ ਉਸਨੂੰ ਕਿਹਾ ਕਿ ਤੈਨੂੰ ਪਤਾ ਹੈ ਕਿ ਤੂੰ ਆਪਣੀਆਂ ਭੈਣਾਂ ਵਿੱਚੋਂ ਸਭ ਤੋਂ ਸੋਹਣੀ ਹੈ। ਉਹ ਮੁਸਕਰਾ ਪਈ। ਮਮਤਾ ਕਹਿਣ ਲੱਗੀ ਕਿ ਪਰਸੋਂ ਮੇਰੀ ਮਾਲਕਣ ਦੀ ਬੇਟੀ ਦਾ ਵਿਆਹ ਹੈ। ਮੈਂ ਤੈਨੂੰ ਉੱਥੇ ਲੈ ਕੇ ਜਾਵਾਂਗੀ। ਤੂੰ ਚੰਗੀ ਤਰ੍ਹਾਂ ਤਿਆਰ ਹੋ ਜਾਵੀਂ। ਉੱਥੇ ਬਹੁਤ ਅਮੀਰ ਲੋਕ ਹੋਣਗੇ। ਬਸ ਤੂੰ ਕਿਸੇ ਇੱਕ ਮੁੰਡੇ ਨੂੰ ਆਪਣੇ ਮਗਰ ਲਾਉਣਾ ਹੈ ਤਾਂ ਕਿ ਤੇਰਾ ਵਿਆਹ ਵੀ ਅਮੀਰ ਲੋਕਾਂ ਵਿੱਚ ਹੋ ਜਾਵੇ। ਫਿਰ ਆਪਣੇ ਦਿਨ ਬਦਲ ਜਾਣਗੇ। ਉਹ ਹੱਸੀ ਤੇ ਕਹਿਣ ਲੱਗੀ ਕਿ ਇਹ ਤਾਂ ਮੇਰੇ ਖੱਬੇ ਹੱਥ ਦੀ ਖੇਡ ਹੈ। ਹੁਣ ਮਮਤਾ ਉੱਠਦੇ ਬੈਠਦੇ ਰੱਬ ਅੱਗੇ ਇਹੀ ਦੁਆ ਕਰਦੀ ਕਿ ਉੱਪਰ ਵਾਲੇ ਮੇਰੀ ਬੇਟੀ ਮੀਨਾ ਦਾ ਰਿਸ਼ਤਾ ਅਮੀਰ ਘਰਾਣੇ ਵਿੱਚ ਹੋ ਜਾਵੇ। ਵਿਆਹ ਵਾਲੇ ਦਿਨ ਮਮਤਾ ਉਸਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਲੈ ਕੇ ਗਈ। ਵਿਆਹ ਉਸਦੇ ਮਾਲਕ ਦੇ ਘਰ ਵਿੱਚ ਹੀ ਸੀ। ਮਮਤਾ ਹੈਰਾਨ ਸੀ ਕਿ ਅਮੀਰ ਲੋਕ ਵੱਡੇ ਵੱਡੇ ਪੈਲਸਾਂ ਵਿੱਚ ਵਿਆਹ ਕਰਦੇ ਨੇ, ਮਹਿਮਾਨ ਵੀ ਜ਼ਿਆਦਾ ਨਹੀਂ ਹਨ। ਮਮਤਾ ਨੇ ਆਪਣੀ ਬੇਟੀ ਨੂੰ ਕਹਿ ਦਿੱਤਾ ਕਿ ਜੋ ਵੀ ਲੜਕਾ ਤੇਰੇ ਜਾਲ ਵਿੱਚ ਫਸੇ ਉਸਨੂੰ ਫਸਾ ਲਵੀਂ। ਮਮਤਾ ਇੱਕ ਮਾਂ ਹੋ ਕੇ ਆਪਣੀ ਬੇਟੀ ਨੂੰ ਗਲਤ ਪਾਠ ਪੜ੍ਹਾ ਰਹੀ ਸੀ। ਉਹ ਪੈਸੇ ਦੇ ਲਾਲਚ ਵਿੱਚ ਅੰਨੀ ਹੋ ਚੁੱਕੀ ਸੀ। ਮਮਤਾ ਨੇ ਆਪਣੇ ਮਾਲਕਣ ਨਾਲ ਮੀਨਾ ਨੂੰ ਮਿਲਵਾਇਆ, ਇਹ ਸੋਚ ਕੇ ਕਿ ਉਹ ਹੋ ਸਕਦਾ ਹੈ ਕਿ ਉਹ ਖੁਸ਼ੀ ਦੇ ਮੌਕੇ ਕੁਝ ਪੈਸੇ ਦੇ ਦੇਣ। ਮੀਨਾ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਬੁਲਾਇਆ। ਮਾਲਕਣ ਤਾਂ ਮੀਨਾ ਨੂੰ ਇੱਕ ਨਜ਼ਰ ਦੇਖ ਕੇ ਅੱਗੇ ਵਧ ਗਈ। ਪੈਸੇ ਦੇਣੇ ਤਾਂ ਦੂਰ ਦੀ ਗੱਲ, ਉਹਨਾਂ ਨੇ ਮੀਨਾ ਨੂੰ ਬੁਲਾਇਆ ਤੱਕ ਨਹੀਂ। ਪਰ ਮਾਲਕ ਮਮਤਾ ਦੀ ਬੇਟੀ ਨੂੰ ਬੜੀ ਗਹਿਰੀ ਨਜ਼ਰ ਨਾਲ ਵੇਖ ਰਹੇ ਸਨ। ਉਹਨਾਂ ਨੇ ਮਮਤਾ ਦੀ ਬੇਟੀ ਦਾ ਨਾਮ ਪੁੱਛਿਆ ਤੇ ਫਿਰ ਉਸ ਨੂੰ ਕਿਹਾ ਕਿ ਤੂੰ ਜਾ ਕੇ ਫੰਕਸ਼ਨ ਦੇਖ ਲੈ, ਮੈਂ ਤੇਰੀ ਮਾਂ ਨਾਲ ਕੋਈ ਗੱਲ ਕਰਨੀ ਹੈ। ਉਸ ਦੀ ਬੇਟੀ ਮਮਤਾ ਨੂੰ ਇਸ਼ਾਰਾ ਕਰਕੇ ਅੱਗੇ ਵਧ ਗਈ। ਮਾਲਕ ਮਮਤਾ ਨੂੰ ਇੱਕ ਪਾਸੇ ਲਿਜਾ ਕੇ ਕਹਿਣ ਲੱਗਾ ਕਿ ਤੇਰੀ ਬੇਟੀ ਬਹੁਤ ਸੋਹਣੀ ਹੈ। ਮੇਰਾ ਉਸ 'ਤੇ ਦਿਲ ਆ ਗਿਆ ਹੈ। ਕੀ ਤੂੰ ਉਸ ਦਾ ਹੱਥ ਮੇਰੇ ਹੱਥ ਵਿੱਚ ਦੇਵੇਂਗੀ? ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਮਾਲਕ ਦੀ ਗੱਲ ਸੁਣ ਕੇ ਮਮਤਾ ਹੈਰਾਨ ਰਹਿ ਗਈ, ਕਿਉਂਕਿ ਮਮਤਾ ਦੀ ਬੇਟੀ ਤੇ ਮਾਲਕ ਦੀ ਉਮਰ ਵਿੱਚ ਬਹੁਤ ਫਰਕ ਸੀ। ਮਾਲਕ ਕਹਿਣ ਲੱਗੇ ਕਿ ਮੈਂ ਇਸ ਦੇ ਬਦਲੇ ਤੈਨੂੰ ਬਹੁਤ ਸਾਰੇ ਪੈਸੇ ਦੇਵਾਂਗਾ। ਪੈਸੇ ਦੇ ਨਾਂ ਸੁਣ ਕੇ ਮਮਤਾ ਦੀਆਂ ਅੱਖਾਂ ਵਿੱਚ ਚਮਕ ਆ ਗਈ। ਮਮਤਾ ਨੇ ਮਾਲਕ ਦੀ ਗੱਲ ਮੰਨ ਲਈ।
क्योंकि ममता ਨੂੰ ਤਾਂ ਹਰ ਹਾਲ ਵਿੱਚ ਪੈਸਾ ਚਾਹੀਦਾ ਸੀ। ਮਾਲਕ ਕਹਿਣ ਲੱਗੇ ਕਿ ਜਾ ਆਪਣੀ ਬੇਟੀ ਨੂੰ ਤਿਆਰ ਕਰ, ਮੈਂ ਅੱਜ ਹੀ ਉਸ ਨਾਲ ਵਿਆਹ ਕਰ ਲਵਾਂਗਾ। ਮਮਤਾ ਨੇ ਕਿਹਾ, ਮਾਲਕ ਅੱਜ ਤਾਂ ਤੁਹਾਡੀ ਬੇਟੀ ਦਾ ਵਿਆਹ ਹੈ, ਫਿਰ ਮਾਲਕਣ ਨੂੰ ਪਤਾ ਚੱਲਿਆ ਤਾਂ ਉਹ ਵੀ ਹੰਗਾਮਾ ਕਰੇਗੀ। ਮਾਲਕ ਕਹਿਣ ਲੱਗੇ ਕਿ ਇਸ ਘਰ ਵਿੱਚ ਮੇਰੇ ਫੈਸਲੇ ਦੇ ਖਿਲਾਫ ਕੋਈ ਨਹੀਂ ਬੋਲਦਾ। ਮੈਂ ਰੀਤ ਦੇ ਵਿਆਹ ਤੋਂ ਬਾਅਦ ਹੀ ਤੇਰੀ ਬੇਟੀ ਨਾਲ ਵਿਆਹ ਕਰਾਂਗਾ। ਤੂੰ ਜਾ ਕੇ ਉਸ ਨੂੰ ਤਿਆਰ ਕਰ। ਪੈਸੇ ਦੇ ਲਾਲਚ ਨੇ ਮਮਤਾ ਦੀ ਸੋਚਣ ਸਮਝਣ ਦੀ ਸ਼ਕਤੀ ਹੀ ਖਤਮ ਕਰ ਦਿੱਤੀ ਸੀ। ਮਮਤਾ ਆਪਣੀ ਬੇਟੀ ਮੀਨਾ ਕੋਲ ਗਈ ਤੇ ਉਸ ਨੂੰ ਕਿਹਾ ਕਿ ਆਪਾਂ ਜਿਸ ਮਕਸਦ ਲਈ ਇੱਥੇ ਆਈਆਂ ਸੀ ਉਹ ਪੂਰਾ ਹੋ ਗਿਆ। ਉਹ ਵੀ ਸੁਣ ਕੇ ਖੁਸ਼ ਹੋ ਕੇ ਕਹਿਣ ਲੱਗੀ ਕਿ ਕਿਸ ਮੁੰਡੇ ਨੇ ਮੈਨੂੰ ਪਸੰਦ ਕੀਤਾ ਹੈ। ਮਮਤਾ ਨੇ ਕਿਹਾ, ਤੈਨੂੰ ਮੇਰੇ ਮਾਲਕ ਨੇ ਪਸੰਦ ਕੀਤਾ ਹੈ, ਉਹ ਤੇਰੇ ਨਾਲ ਵਿਆਹ ਕਰਨਾ ਚਾਹੁੰਦੇ ਹਨ। ਮੀਨਾ ਕਹਿਣ ਲੱਗੀ ਕਿ ਮੈਂ ਉਸ ਬੁੱਢੇ ਨਾਲ ਵਿਆਹ ਨਹੀਂ ਕਰਾਂਗੀ, ਇਹ ਤਾਂ ਘਾਟੇ ਦਾ ਸੌਦਾ ਹੈ, ਮੈਨੂੰ ਮਨਜ਼ੂਰ ਨਹੀਂ। ਮਮਤਾ ਕਹਿਣ ਲੱਗੀ, ਪਾਗਲ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ। ਜੇ ਤੂੰ ਮਾਲਕ ਨਾਲ ਵਿਆਹ ਕਰੇਂਗੀ ਤਾਂ ਬਹੁਤ ਜਲਦ ਸਾਰੀ ਪ੍ਰਾਪਰਟੀ ਦੀ ਮਾਲਕਣ ਬਣ ਜਾਵੇਂਗੀ, ਤੇਰੀ ਤਾਂ ਐਸ਼ ਹੋਵੇਗੀ। ਉਹਨਾਂ ਨੇ ਵਿਆਹ ਦੇ ਬਦਲੇ ਬਹੁਤ ਸਾਰੇ ਪੈਸੇ ਦੇਣ ਦੀ ਗੱਲ ਵੀ ਕਹੀ ਹੈ। ਜਿਸ ਦਿਨ ਮਾਲਕ ਦੀ ਮੌਤ ਹੋ ਜਾਵੇਗੀ ਉਸ ਦਿਨ ਤੂੰ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰ ਲਵੀਂ। ਮਮਤਾ ਦੀ ਬੇਟੀ ਵਿਆਹ ਲਈ ਰਾਜੀ ਹੋ ਗਈ। ਮਮਤਾ ਨੇ ਮਾਲਕ ਨੂੰ ਇਹ ਗੱਲ ਦੱਸੀ ਤਾਂ ਉਹ ਕਹਿਣ ਲੱਗੇ ਕਿ ਬਾਜ਼ਾਰ ਤੋਂ ਜੈਮਾਲਾ ਲੈ ਆ। ਮਮਤਾ ਨੂੰ ਇਹ ਗੱਲ ਅਜੀਬ ਜਿਹੀ ਲੱਗੀ ਕਿ ਇਸ ਕੰਮ ਲਈ ਕਿਸੇ ਹੋਰ ਨੂੰ ਵੀ ਭੇਜ ਸਕਦੇ ਸੀ, ਪਰ ਉਹ ਚੁੱਪਚਾਪ ਚਲੀ ਗਈ ਕਿ ਕਿਤੇ ਮਾਲਕ ਨਾਰਾਜ਼ ਹੀ ਨਾ ਹੋ ਜਾਵੇ। ਜਦੋਂ ਤੱਕ ਮਮਤਾ ਵਾਪਸ ਆਈ ਤਾਂ ਉਦੋਂ ਤੱਕ ਸਾਰਾ ਕੁਝ ਨਿਪਟ ਚੁੱਕਿਆ ਸੀ। ਮਮਤਾ ਹੈਰਾਨ ਰਹਿ ਗਈ ਕਿ ਕਿਸੇ ਨੇ ਮੇਰਾ ਇੰਤਜ਼ਾਰ ਹੀ ਨਹੀਂ ਕੀਤਾ। ਮਾਲਕ ਮਮਤਾ ਦੇ ਕੋਲ ਆਏ ਤੇ ਕਹਿਣ ਲੱਗੇ ਕਿ ਤੂੰ ਹੁਣ ਘਰ ਜਾ, ਤੇਰੀ ਬੇਟੀ ਵਿਦਾ ਹੋ ਕੇ ਮੇਰੇ ਘਰ ਆ ਗਈ। ਮਮਤਾ ਆਪਣੀ ਬੇਟੀ ਨੂੰ ਮਿਲੇ ਬਿਨਾਂ ਹੀ ਮਾਲਕ ਦੇ ਕਹਿਣ ਤੇ ਵਾਪਸ ਆ ਗਈ। ਉਸ ਦੇ ਬੁੱਲ੍ਹਾਂ ਤੇ ਮੁਸਕਰਾਹਟ ਸੀ ਕਿਉਂਕਿ ਉਸ ਦਾ ਪਲਾਨ ਕਾਮਯਾਬ ਹੋ ਗਿਆ ਸੀ। ਮਮਤਾ ਉਸ ਬੰਗਲੇ ਤੇ ਰਾਜ ਕਰਨ ਦੇ ਸੁਪਨੇ ਵੇਖਣ ਲੱਗੀ, ਪਲਾਨ ਬਣਾਉਣ ਲੱਗੀ ਕਿ ਕਿਸ ਤਰ੍ਹਾਂ ਮਾਲਕਣ ਦਾ ਤਲਾਕ ਕਰਵਾਉਣਾ ਹੈ। ਘਰ ਤੱਕ ਪਹੁੰਚਦੇ ਨਾ ਜਾਣੇ ਉਸਨੇ ਕਿੰਨਾ ਕੁਝ ਸੋਚ ਲਿਆ ਸੀ। ਘਰ ਪਹੁੰਚੀ ਤਾਂ ਸਾਰੇ ਮੀਨਾ ਬਾਰੇ ਪੁੱਛਣ ਲੱਗੇ। ਮਮਤਾ ਨੇ ਸਭ ਕੁਝ ਉਹਨਾਂ ਨੂੰ ਦੱਸ ਦਿੱਤਾ। ਇਹ ਸੁਣ ਕੇ ਮਮਤਾ ਦੇ ਪਤੀ ਦੇ ਮੱਥੇ ਤੇ ਵਾਲ ਪੈ ਗਏ। ਉਹ ਗੁੱਸੇ ਵਿੱਚ ਕਹਿਣ ਲੱਗਾ ਕਿ ਬਦ ਦਿਮਾਗ ਔਰਤ, ਤੂੰ ਫੁੱਲ ਵਰਗੀ ਬੱਚੀ ਦਾ ਵਿਆਹ ਬੁੱਢੇ ਨਾਲ ਕਰਕੇ ਆ ਗਈ, ਲਾਲਚ ਵਿੱਚ ਅੰਨੀ ਚੁੱਕੀ ਹੈ ਤੂੰ। ਮਮਤਾ ਨੇ ਆਪਣੇ ਪਤੀ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਾ ਦਿੱਤਾ, ਚੁੱਪਚਾਪ ਲੇਟ ਗਈ, ਪਰ ਖੁਸ਼ੀ ਵਿੱਚ ਸਾਰੀ ਰਾਤ ਨੀਂਦ ਨਾ ਆਈ। ਸਵੇਰ ਹੋਈ ਤਾਂ ਮਮਤਾ ਬੰਗਲੇ ਵੱਲ ਚੱਲ ਪਈ। ਜਿਵੇਂ ਹੀ ਅੰਦਰ ਗਈ ਤਾਂ ਹੱਕੀ ਬੱਕੀ ਰਹਿ ਗਈ। ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮਮਤਾ ਆਪਣੇ ਲਾਲਚ ਕਰਕੇ ਡੁੱਬ ਚੁੱਕੀ ਸੀ। ਮਾਲਕ ਦੀ ਬੇਟੀ ਰੀਤ ਉਸੇ ਘਰ ਵਿੱਚ ਸੀ ਜਦੋਂ ਕਿ ਉਸ ਦਾ ਤਾਂ ਕੱਲ ਵਿਆਹ ਹੋਇਆ ਸੀ, ਪਰ ਮਮਤਾ ਨੂੰ ਉਸ ਦੀ ਬੇਟੀ ਮੀਨਾ ਕਿਤੇ ਨਜ਼ਰ ਨਾ ਆਈ। ਉਹ ਸਿੱਧਾ ਮਾਲਕ ਕੋਲ ਪਹੁੰਚ ਗਈ ਤੇ ਗੁੱਸੇ ਵਿੱਚ ਪੁੱਛਿਆ ਕਿ ਮੇਰੀ ਬੇਟੀ ਕਿੱਥੇ ਹੈ। ਤਾਂ ਉਹਨਾਂ ਦੇ ਚਿਹਰੇ ਤੇ ਸ਼ੈਤਾਨੀ ਮੁਸਕਰਾਹਟ ਆ ਗਈ। ਕਹਿਣ ਲੱਗੇ ਕਿ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ, ਮੈਂ ਆਪਣੀ ਬੇਟੀ ਰੀਤ ਨੂੰ ਬਹੁਤ ਪਿਆਰ ਕਰਦਾ ਹਾਂ, ਉਸ ਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਹਾਂ। ਉਹ ਇੱਕ ਮੁੰਡੇ ਨੂੰ ਪਸੰਦ ਕਰਦੀ ਸੀ, ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਮੈਨੂੰ ਵੀ ਕੋਈ ਇਤਰਾਜ਼ ਨਹੀਂ ਸੀ, ਪਰ ਇਸੇ ਦੌਰਾਨ ਇੱਕ ਮਸਲਾ ਹੋ ਗਿਆ। ਪਿਛਲੇ ਕੁਝ ਸਾਲਾਂ ਦੌਰਾਨ ਮੈਂ ਜਿੰਨਾ ਵੀ ਗੈਰ ਕਾਨੂੰਨੀ ਧਨ ਜਮ੍ਹਾਂ ਕੀਤਾ ਸੀ ਉਹ ਕਾਨੂੰਨ ਦੀ ਨਜ਼ਰ ਵਿੱਚ ਆ ਗਿਆ। ਕਾਨੂੰਨ ਦੀਆਂ ਅੱਖਾਂ ਬੰਦ ਕਰਨ ਲਈ ਮੈਨੂੰ ਆਪਣੀ ਬੇਟੀ ਦੀ ਕੁਰਬਾਨੀ ਦੇਣੀ ਪੈਣੀ ਸੀ। ਪੁਲਿਸ ਦੇ ਇੱਕ ਅਫਸਰ ਨਾਲ ਇਸ ਦਾ ਵਿਆਹ ਕਰਨ ਦਾ ਫੈਸਲਾ ਕੀਤਾ ਜੋ ਇਸ ਤੋਂ ਉਮਰ ਵਿੱਚ ਵੀ ਵੱਡਾ ਸੀ। ਮੈਂ ਆਪਣੀ ਬੇਟੀ ਦਾ ਸੌਦਾ ਕਰ ਦਿੱਤਾ। ਮੇਰੀ ਬੇਟੀ ਕਹਿ ਰਹੀ ਸੀ ਕਿ ਜੇ ਮੇਰਾ ਇਹ ਵਿਆਹ ਹੋਇਆ ਤਾਂ ਮੈਂ ਆਪਣੀ ਜਾਨ ਲੈ ਲਵਾਂਗੀ। ਹੁਣ ਮੈਂ ਮੁਸੀਬਤ ਵਿੱਚ ਫਸ ਚੁੱਕਿਆ ਸੀ, ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਬਚਿਆ ਸੀ। ਉਸ ਦਿਨ ਜਦੋਂ ਤੇਰੀ ਬੇਟੀ ਨੂੰ ਦੇਖਿਆ ਤਾਂ ਮੈਂ ਉਸ ਅਫਸਰ ਨੂੰ ਤੇਰੀ ਬੇਟੀ ਵਿਖਾਈ ਤਾਂ ਉਸ ਨੂੰ ਬਹੁਤ ਪਸੰਦ ਆਈ, ਕਿਉਂਕਿ ਤੇਰੀ ਬੇਟੀ ਮੇਰੀ ਰੀਤ ਤੋਂ ਵੀ ਜ਼ਿਆਦਾ ਸੋਹਣੀ ਸੀ। ਜਦੋਂ ਤੂੰ ਰਾਜੀ ਹੋ ਗਈ ਤਾਂ ਮੈਂ ਉਹਨਾਂ ਦਾ ਵਿਆਹ ਕਰਵਾ ਦਿੱਤਾ। ਜਿਸ ਅਫਸਰ ਨਾਲ ਮੇਰੀ ਬੇਟੀ ਦਾ ਵਿਆਹ ਹੋਣਾ ਸੀ ਉਸ ਨਾਲ ਤੇਰੀ ਬੇਟੀ ਦਾ ਵਿਆਹ ਕਰਵਾ ਦਿੱਤਾ। ਮੇਰਾ ਸਾਰਾ ਮਸਲਾ ਹੱਲ ਹੋ ਗਿਆ। ਮੇਰੀ ਬੇਟੀ ਵੀ ਖੁਸ਼ ਹੈ। ਮੈਂ ਤੈਨੂੰ ਉਸ ਦਾ ਠਿਕਾਣਾ ਤਾਂ ਨਹੀਂ ਦੱਸ ਸਕਦਾ, ਪਰ ਤੈਨੂੰ ਪੈਸੇ ਜ਼ਰੂਰ ਦੇ ਸਕਦਾ ਹਾਂ। ਮਾਲਕ ਨੇ ਮਮਤਾ ਨੂੰ ਢੇਰ ਸਾਰੇ ਪੈਸੇ ਦੇ ਦਿੱਤੇ। ਉਹ ਉਹਨਾਂ ਅਮੀਰ ਲੋਕਾਂ ਨਾਲ ਲੜ ਤਾਂ ਨਹੀਂ ਸਕਦੀ ਸੀ, ਇਸ ਲਈ ਪੈਸੇ ਲੈ ਕੇ ਘਰ ਆ ਗਈ। ਉਸਨੇ ਘਰ ਆ ਕੇ ਸਭ ਸੱਚ ਦੱਸਿਆ ਤਾਂ ਉਸ ਦਾ ਪਤੀ ਕਹਿਣ ਲੱਗਿਆ ਕਿ ਤੂੰ ਮੇਰੀ ਬੇਟੀ ਨਾਲ ਬਹੁਤ ਗਲਤ ਕੀਤਾ ਹੈ, ਨਾ ਜਾਣੇ ਉਹ ਕਿੱਥੇ ਕਿੱਥੇ ਜਲੀਲ ਹੋਵੇਗੀ। ਉਸ ਦੀ ਜ਼ਿੰਦਗੀ ਠੋਕਰਾਂ ਨਾਲ ਭਰ ਦਿੱਤੀ ਜੇ ਉਸ ਆਦਮੀ ਨੇ ਉਸ ਨੂੰ ਅੱਗੇ ਵੇਚ ਦਿੱਤਾ। ਇਹ ਗੱਲ ਤੇ ਮਮਤਾ ਫੁੱਟ ਕੇ ਰੋਣ ਲੱਗੀ। ਕੋਈ ਰਸਤਾ ਨਹੀਂ ਬਚਿਆ ਸੀ ਉਸ ਨੂੰ ਵਾਪਸ ਲਿਆਉਣ ਦਾ, ਕਿਉਂਕਿ ਉਹਨਾਂ ਨਾਲ ਕੌਣ ਮੁਕਾਬਲਾ ਕਰ ਸਕਦਾ ਸੀ। ਅੱਜ ਇਸ ਗੱਲ ਨੂੰ ਪੂਰੇ 2 ਸਾਲ ਬੀਤ ਗਏ। ਮਾਲਕ ਦੇ ਦਿੱਤੇ ਪੈਸਿਆਂ ਨਾਲ ਮਮਤਾ ਦੀ ਜ਼ਿੰਦਗੀ ਤਾਂ ਬਦਲ ਗਈ, ਪਰ ਉਸ ਨੂੰ ਇਹ ਪੈਸੇ ਹਮੇਸ਼ਾ ਚੁਭਦੇ ਰਹਿਣਗੇ। ਉਸ ਨੂੰ ਅਜਿਹਾ ਲੱਗਦਾ ਹੈ ਕਿ ਮੀਨਾ ਦੇ
ਖੂਨ ਦੇ ਬਦਲੇ ਪੈਸੇ ਮਿਲੇ ਨੇ। ਇਹ ਪੈਸੇ ਖਾਤਰ ਮਮਤਾ ਨੇ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਸਨੇ ਉਸ ਨੂੰ ਹਮੇਸ਼ਾ ਲਈ ਖੋ ਦਿੱਤਾ ਸੀ। ਮਾਲਕ ਦਾ ਕਹਿਣਾ ਸੀ ਕਿ ਉਹ ਉਸ ਆਦਮੀ ਨਾਲ ਦੂਜੇ ਦੇਸ਼ ਚਲੀ ਗਈ ਹੈ। ਮੈਂ ਤੈਨੂੰ ਤੇਰੀ ਬੇਟੀ ਦੀ ਕੀਮਤ ਦੇ ਚੁੱਕਿਆ ਹਾਂ, ਇਸ ਲਈ ਉਸ ਨੂੰ ਭੁੱਲ ਜਾ। ਮਮਤਾ ਦੀ ਬੇਟੀ ਉਸ ਨੂੰ ਕਦੇ ਨਹੀਂ ਮਿਲੀ। ਹੁਣ ਉਹ ਰੋ ਰੋ ਕੇ ਰੱਬ ਤੋਂ ਭੀਖ ਮੰਗਦੀ ਹੈ ਕਿ ਮੇਰੀ ਬੱਚੀ ਮੈਨੂੰ ਵਾਪਸ ਮਿਲ ਜਾਵੇ। ਮਮਤਾ ਨੇ ਲਾਲਚ ਵਿੱਚ ਅੰਨੀ ਹੋ ਕੇ ਆਪਣੀ ਧੀ ਦਾ ਸੌਦਾ ਕੀਤਾ, ਪਰ ਕਿਸਮਤ ਉਸ ਨਾਲ ਅਜਿਹਾ ਖੇਡ ਖੇਡੇਗੀ ਉਸ ਨੂੰ ਬਿਲਕੁਲ ਉਮੀਦ ਨਹੀਂ ਸੀ। ਉਸ ਦਾ ਆਪਣੀ ਬੇਟੀ ਨੂੰ ਵੇਖਣ ਲਈ ਉਸ ਨੂੰ ਗਲੇ ਲਾਉਣ ਨੂੰ ਬੜਾ ਦਿਲ ਕਰਦਾ, ਪਰ ਪਤਾ ਨਹੀਂ ਉਹ ਕਿਸ ਹਾਲ ਵਿੱਚ ਕਿੱਥੇ ਹੋਵੇਗੀ। ਧੰਨਵਾਦ ਜੀ।